ਬਰਾੜ ਸਾਹਿਬ 34 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਦੀ ਜਦੋਂ ਕਿ ਪਰਿਵਾਰ ਬਿਲਕੁਲ ਉਮੀਦ ਛੱਡ ਚੁੱਕਿਆ ਸੀ। 34 ਸਾਲ ਬਾਅਦ ਰਿਵਿਊ ਪਟੀਸ਼ਨ ਤੇ 1 ਸਾਲ ਦੀ ਸਜ਼ਾ ਹੋਈ ਹੈ ਨਵਜੋਤ ਸਿੱਧੂ। पर परिवार ने बड़ी लंबी लड़ाई लड़ी है और परिवार ਨੂੰ मेरे ख्याल इंसाफ मिलिया है। इस करके अज परिवार भी शायद तसल्ली च होएगा और साडे देश की जिहड़ी कानूनी प्रक्रिया एक पासे जिथे असीं ਉਹਦੇ 'ਚ विश्वास प्रगट करते हैं, दूसरे पासे ਜਿਹੜਾ ਇੰਨਾ डिले हो जाना फैसलों का ਇਹਦੇ 'ਤੇ भी ਸਾਡੀ ਡੂੰਘੀ चिंता है। 34 ਸਾਲ ਦਾ ਅਰਸਾ ਬਹੁਤ ਲੰਬਾ ਹੁੰਦਾ, ਪਰਿਵਾਰ ਦਾ ਵੀ ਕਈ ਵਾਰ ਹੌਸਲਾ ਟੁੱਟਦਾ। ਹੋਰ ਵੀ ਕਈ ਕੇਸਾਂ ਦੇ ਵਿੱਚ 34 ਸਾਲ 35 ਸਾਲ ਲੱਗ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਕਾਨੂੰਨੀ ਪ੍ਰਕਿਰਿਆ ਥੋੜੀ ਤੇਜ਼ ਹੋਣੀ ਚਾਹੀਦੀ ਆ, ਜਲਦ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ? देखो मैं तो पहले ही दोहराता कि बड़ा लंबा हो गया। चंगी गल है ਜਿਹੜੇ ਕੋਈ ਕੇਸ ਹੈਗੇ ਆ ਸਾਡੇ ਅਦਾਲਤਾਂ ਦੀ ਵੀ ਕਈ ਵਾਰੀ ਚਿੰਤਾ ਹੁੰਦੀ ਹੈ ਕਿ ਕੇਸ ਇੰਨੇ ਵੱਧ ਨੇ, ਅਦਾਲਤਾਂ ਥੋੜੀਆਂ ਨੇ, ਜੱਜ ਥੋੜੇ ਨੇ। ਤਾਂ ਮੇਰਾ ਖਿਆਲ ਹੈ ਕਿ ਇਹ ਤਾਂ ਦੇਸ਼ ਲੈਵਲ ਤੇ ਸਾਡੇ ਜਿਹੜੀ ਦੇਸ਼ ਦੀ ਮਿਨਿਸਟਰੀ ਹੈ, ਮਿਨਿਸਟਰੀ ਆਫ ਲਾਅ ਹੈ, ਇਹ ਤਾਂ ਉਸ ਲੈਵਲ ਤੇ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਅਦਾਲਤਾਂ ਵਧਣ ਤੇ ਜਲਦੀ ਇਨਸਾਫ ਮਿਲ ਸਕੇ। ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਿਹਾ, ਅੱਜ ਬੀਜੇਪੀ ਜੁਆਇਨ ਕਰ ਚੁੱਕੇ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ? ਜਾਖੜ ਪਰਿਵਾਰ ਜੀ ਨੇ 55 ਸਾਲ ਦੇ ਕਰੀਬ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਜਿਹੜਾ ਹੈਗਾ ਕੰਮ ਕਰਦੇ ਰਹੇ ਔਰ ਕਾਂਗਰਸ ਪਾਰਟੀ ਨੇ ਵੀ ਬੜਾ ਕੁਝ ਦਿੱਤਾ ਔਰ ਜਿੰਨਾ ਚਿਰ ਕੰਮ ਕਰਦੇ ਰਹੇ ਉਹਨਾਂ ਚਿਰ ਬੀਜੇਪੀ ਨੂੰ ਸਭ ਤੋਂ ਤਿੱਖੇ ਸਵਾਲਾਂ ਨਾਲ ਘੇਰਦੇ ਵੀ ਰਹੇ। ਕਿ ਮੈਂ ਸਮਝਦਾ ਕਿ ਅੱਜ ਹਾਲਾਤ ਪਤਾ ਨਹੀਂ ਉਹਨਾਂ ਦੇ ਵੀ ਕੀ ਹੈਗੇ ਹੈ, ਕੀ ਮਜਬੂਰੀ ਹੈ, ਕਿਉਂਕਿ ਕਾਂਗਰਸ ਪਾਰਟੀ ਨੇ ਉਹਨਾਂ ਨਾਲ ਜੋ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈ ਔਰ ਜਾ ਕੇ ਬੀਜੇਪੀ ਦੇ ਵਿੱਚ ਕਿਵੇਂ ਐਡਜਸਟ ਕਰ ਪਾਉਣਗੇ ਇਹ ਹਲੇ ਸਮਾਂ ਹੀ ਦੱਸੂਗਾ, ਕਿਉਂਕਿ ਸਾਰੀ ਉਮਰ ਤੁਸੀਂ ਗਾਲਾਂ ਕੱਢਦੇ ਰਹੇ ਹੋ ਤੇ ਅੱਜ ਜਾ ਕੇ ਇੱਕਦਮ ਉਸ ਪਾਰਟੀ ਦੇ ਵਿੱਚ ਬੈਠ ਕੇ ਉਹਦਾ ਗੁਣਗਾਨ ਕਰਨ ਲੱਗ ਜਾਓ। ਜਾਖੜ ਸਾਹਿਬ ਵਰਗੇ ਬੰਦੇ ਲਈ ਹੈ ਤਾਂ ਔਖਾ, ਕਿਵੇਂ ਕਰਨਗੇ ਆਉਣ ਵਾਲਾ ਸਮਾਂ ਦੱਸੇਗਾ। ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪੁਰਾਣੇ ਰੋਡ ਰੇਂਜ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਹੋਈ ਹੈ। ਗੱਲਬਾਤ ਕਰਦੇ ਹਾਂ ਸਾਡੇ ਨਾਲ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਚਰਨਜੀਤ ਸਿੰਘ ਬਰਾੜ ਸਾਹਿਬ 34 ਸਾਲ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਦੀ ਜਦੋਂ ਕਿ ਪਰਿਵਾਰ ਬਿਲਕੁਲ ਉਮੀਦ ਛੱਡ ਚੁੱਕਿਆ ਸੀ। 34 ਸਾਲ ਬਾਅਦ ਰਿਵਿਊ ਪਟੀਸ਼ਨ ਤੇ 1 ਸਾਲ ਦੀ ਸਜ਼ਾ ਹੋਈ ਹੈ ਨਵਜੋਤ ਸਿੱਧੂ। ਦੇਖੋ 34 ਸਾਲ ਪਹਿਲਾਂ ਜਿਹੜਾ ਇਹ ਮਾਮਲਾ ਅਦਾਲਤਾਂ ਦੇ ਵਿੱਚ ਘੁੰਮਦਾ ਅੱਜ ਮਾਨਯੋਗ ਸਾਡੇ ਦੇਸ਼ ਦੀ ਸਰਵਉੱਚ ਅਦਾਲਤ ਨੇ ਫੈਸਲਾ ਕੀਤਾ ਔਰ 1 ਸਾਲ ਦੀ ਸਜ਼ਾ ਜਿਹੜੀ ਹੈ ਉਹ ਨਵਜੋਤ ਸਿੱਧੂ ਨੂੰ ਸੁਣਾਈ ਹੈ। ਪਰ ਪਰਿਵਾਰ ਨੇ ਬੜੀ ਲੰਮੀ ਲੜਾਈ ਲੜੀ ਹੈ ਔਰ ਪਰਿਵਾਰ ਨੂੰ ਮੇਰੇ ਖਿਆਲ ਇਨਸਾਫ ਮਿਲਿਆ ਹੈ। ਇਸ ਕਰਕੇ ਅੱਜ ਪਰਿਵਾਰ ਵੀ ਸ਼ਾਇਦ ਤਸੱਲੀ 'ਚ ਹੋਏਗਾ ਔਰ ਸਾਡੇ ਦੇਸ਼ ਦੀ ਜਿਹੜੀ ਕਾਨੂੰਨੀ ਪ੍ਰਕਿਰਿਆ ਇੱਕ ਪਾਸੇ ਜਿੱਥੇ ਅਸੀਂ ਉਹਦੇ 'ਚ ਵਿਸ਼ਵਾਸ ਪ੍ਰਗਟ ਕਰਦੇ ਹਾਂ, ਦੂਸਰੇ ਪਾਸੇ ਜਿਹੜਾ ਇੰਨਾ ਡਿਲੇ ਹੋ ਜਾਣਾ ਫੈਸਲਿਆਂ ਦਾ ਇਹਦੇ 'ਤੇ ਵੀ ਸਾਡੀ ਡੂੰਘੀ ਚਿੰਤਾ ਹੈ। ਬਰਾੜ ਸਾਹਿਬ ਪਹਿਲਾਂ ਨਵਜੋਤ ਸਿੰਘ ਸਿੱਧੂ ਪਾਵਰ 'ਚ ਰਹੇ ਨੇ, ਮਿਨਿਸਟਰ ਵੀ ਰਹੇ, ਪ੍ਰਧਾਨ ਵੀ ਰਹੇ ਨੇ ਕਾਂਗਰਸ ਦੇ, ਬੀਜੇਪੀ 'ਚ MP ਵੀ ਰਹੇ ਨੇ। ਲੱਗਦਾ ਤੁਹਾਨੂੰ ਉਸ ਪਾਵਰ ਕਰਕੇ ਜਿਹੜੀ ਫੈਸਲੇ ਦੇ ਵਿੱਚ ਦੇਰੀ ਹੋਈ ਆ? ਦੇਖੋ ਇਹ ਗੱਲ ਤਾਂ ਨਹੀਂ, ਇਹ ਤਾਂ ਫਿਰ ਸਿੱਧਮ ਸਿੱਧੀ ਕੋਰਟਾਂ ਤੇ ਉਂਗਲ ਚੱਕਣੀ ਹੋਏਗੀ। ਪਰ ਸਾਡੇ ਦੇਸ਼ ਦੇ ਕਾਨੂੰਨੀ ਜਿਹੜਾ ਕਾਨੂੰਨ ਆ ਉਹਦੇ ਵਿੱਚ ਕਈ ਲਕੂਨੇ ਐਸੇ ਹੈ ਕਿ ਹਰ ਜਗ੍ਹਾ ਜਿਹੜਾ ਕੋਈ ਅਕਿਊਜ਼ਡ ਵੀ ਹੈਗਾ ਜਾਂ ਅਕਿਊਜ਼ਡ ਦੀ ਲਾਈਨ 'ਚ ਹੈਗਾ ਉਹਨੂੰ ਕੋਈ ਨਾ ਕੋਈ ਲਕੂਨਾ ਮਿਲ ਜਾਂਦਾ ਕਿ ਉਹਨੂੰ ਹੋਰ ਲੰਬਾ ਖਿੱਚ ਦਿੰਦਾ। ਇਸ ਕਰਕੇ ਫਿਰ ਵੀ ਚਲੋ ਦੇਰ ਆਏ ਦਰੁਸਤ ਆਏ ਔਰ ਰੱਬ ਦੇ ਘਰ ਕਹਿੰਦੇ ਦੇਰ ਆਏ ਅੰਧੇਰ ਨਹੀਂ। ਇਸ ਕਰਕੇ ਜੋ ਪਰਿਵਾਰ ਨੂੰ ਇਨਸਾਫ ਮਿਲਿਆ ਚੰਗੀ ਗੱਲ ਹੈ। ਕਿਉਂਕਿ 34 ਸਾਲ ਦਾ ਅਰਸਾ ਬਹੁਤ ਲੰਬਾ ਹੁੰਦਾ, ਪਰਿਵਾਰ ਦਾ ਵੀ ਕਈ ਵਾਰ ਹੌਸਲਾ ਟੁੱਟਦਾ। ਹੋਰ ਵੀ ਕਈ ਕੇਸਾਂ ਦੇ ਵਿੱਚ 34 ਸਾਲ 35 ਸਾਲ ਲੱਗ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਕਾਨੂੰਨੀ ਪ੍ਰਕਿਰਿਆ ਥੋੜੀ ਤੇਜ਼ ਹੋਣੀ ਚਾਹੀਦੀ ਆ, ਜਲਦ ਇਨਸਾਫ ਮਿਲਣਾ ਚਾਹੀਦਾ ਪਰਿਵਾਰ ਨੂੰ? ਦੇਖੋ ਮੈਂ ਤੇ ਪਹਿਲਾਂ ਹੀ ਦੁਹਰਾਤਾ ਕਿ ਬੜਾ ਲੰਬਾ ਹੋ ਗਿਆ। ਚੰਗੀ ਗੱਲ ਹੈ ਜਿਹੜੇ ਕੋਈ ਕੇਸ ਹੈਗੇ ਆ ਸਾਡੇ ਅਦਾਲਤਾਂ ਦੀ ਵੀ ਕਈ ਵਾਰੀ ਚਿੰਤਾ ਹੁੰਦੀ ਹੈ ਕਿ ਕੇਸ ਇੰਨੇ ਵੱਧ ਨੇ, ਅਦਾਲਤਾਂ ਥੋੜੀਆਂ ਨੇ, ਜੱਜ ਥੋੜੇ ਨੇ। ਤਾਂ ਮੇਰਾ ਖਿਆਲ ਹੈ ਕਿ ਇਹ ਤਾਂ ਦੇਸ਼ ਲੈਵਲ ਤੇ ਸਾਡੇ ਜਿਹੜੀ ਦੇਸ਼ ਦੀ ਮਿਨਿਸਟਰੀ ਹੈ, ਮਿਨਿਸਟਰੀ ਆਫ ਲਾਅ ਹੈ, ਇਹ ਤਾਂ ਉਸ ਲੈਵਲ ਤੇ ਸੋਚਣ ਵਾਲੀ ਗੱਲ ਹੈ ਕਿ ਕਿਵੇਂ ਅਦਾਲਤਾਂ ਵਧਣ ਤੇ ਜਲਦੀ ਇਨਸਾਫ ਮਿਲ ਸਕੇ। ਬਰਾੜ ਸਾਹਿਬ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸੁਨੀਲ ਕੁਮਾਰ ਜਾਖੜ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਿਹਾ, ਅੱਜ ਬੀਜੇਪੀ ਜੁਆਇਨ ਕਰ ਚੁੱਕੇ ਨੇ। ਕਿਸ ਤਰ੍ਹਾਂ ਦੇਖਦੇ ਹੋ ਇਸ ਫੈਸਲੇ ਨੂੰ? ਕਾਂਗਰਸ ਪਾਰਟੀ ਜਿਵੇਂ ਸਾਰੇ ਦੇਸ਼ ਦੇ ਵਿੱਚ ਬੁਰਾ ਹਾਲ ਹੈ ਉਸੇ ਤਰ੍ਹਾਂ ਮੈਂ ਸਮਝਦਾ ਡੁੱਬਦਾ ਜਹਾਜ਼ ਹੈ ਔਰ ਡੁੱਬਦੇ ਜਹਾਜ਼ 'ਚੋਂ ਵਕਤ ਤੇ ਹਰ ਬੰਦਾ ਛਾਲ ਮਾਰਦਾ ਔਰ ਜਾਖੜ ਪਰਿਵਾਰ ਜੀ ਨੇ 55 ਸਾਲ ਦੇ ਕਰੀਬ ਜਿਹੜਾ ਹੈਗਾ ਕਾਂਗਰਸ ਪਾਰਟੀ ਨੂੰ ਜਿਹੜਾ ਹੈਗਾ ਕੰਮ ਕਰਦੇ ਰਹੇ ਔਰ ਕਾਂਗਰਸ ਪਾਰਟੀ ਨੇ ਵੀ ਬੜਾ ਕੁਝ ਦਿੱਤਾ ਔਰ ਜਿੰਨਾ ਚਿਰ ਕੰਮ ਕਰਦੇ ਰਹੇ ਉਹਨਾਂ ਚਿਰ ਬੀਜੇਪੀ ਨੂੰ ਸਭ ਤੋਂ ਤਿੱਖੇ ਸਵਾਲਾਂ ਨਾਲ ਘੇਰਦੇ ਵੀ ਰਹੇ। ਕਿ ਮੈਂ ਸਮਝਦਾ ਕਿ ਅੱਜ ਹਾਲਾਤ ਪਤਾ ਨਹੀਂ ਉਹਨਾਂ ਦੇ ਵੀ ਕੀ ਹੈਗੇ ਹੈ, ਕੀ ਮਜਬੂਰੀ ਹੈ, ਕਿਉਂਕਿ
ਕਾਂਗਰਸ ਪਾਰਟੀ ਨੇ ਉਹਨਾਂ ਨਾਲ ਜੋ ਕੀਤਾ ਉਹ ਵੀ ਤੁਹਾਡੇ ਸਾਹਮਣੇ ਹੈ। ਔਰ ਜਾ ਕੇ ਬੀਜੇਪੀ ਦੇ ਵਿੱਚ ਕਿਵੇਂ ਐਡਜਸਟ ਕਰ ਪਾਉਣਗੇ ਇਹ ਹਲੇ ਸਮਾਂ ਹੀ ਦੱਸੂਗਾ, ਕਿਉਂਕਿ ਸਾਰੀ ਉਮਰ ਤੁਸੀਂ ਗਾਲਾਂ ਕੱਢਦੇ ਰਹੇ ਹੋ ਤੇ ਅੱਜ ਜਾ ਕੇ ਇੱਕਦਮ ਉਸ ਪਾਰਟੀ ਦੇ ਵਿੱਚ ਬੈਠ ਕੇ ਉਹਦਾ ਗੁਣਗਾਨ ਕਰਨ ਲੱਗ ਜਾਓ। ਇਹ ਜਾਖੜ ਸਾਹਿਬ ਵਰਗੇ ਬੰਦੇ ਲਈ ਹੈ ਤਾਂ ਔਖਾ, ਕਿਵੇਂ ਕਰਨਗੇ ਆਉਣ ਵਾਲਾ ਸਮਾਂ ਦੱਸੇਗਾ। ਜਾਂਦੇ ਜਾਂਦੇ ਤੁਸੀਂ ਉਹਨਾਂ ਦਾ ਬਿਆਨ ਸੁਣਿਆ ਜਦੋਂ ਉਹਨਾਂ ਨੇ ਕਾਂਗਰਸ ਛੱਡੀ, ਸੋਨੀਆ ਗਾਂਧੀ ਨੂੰ ਹੱਥ ਜੋੜੇ, ਕਹਿੰਦੇ ਬਖਸ਼ ਦਿਓ ਪੰਜਾਬ ਨੂੰ, ਬਹੁਤ ਸੰਤਾਪ ਹੰਢਾਇਆ ਪੰਜਾਬ ਨੇ। ਦੇਖੋ ਇਹਦੇ 'ਚ ਕੋਈ ਦੋ ਰਾਏ ਨਹੀਂਗਾ, ਪਰ ਇਹ ਬੜੀ ਦੇਰ ਬਾਅਦ ਬਿਆਨ ਦਿੱਤਾ ਜਾਖੜ ਸਾਹਿਬ ਨੇ। ਜਾਖੜ ਸਾਹਿਬ ਦੇ ਪਿਤਾ ਸ਼੍ਰੀ ਜਿਹੜੇ ਸ਼੍ਰੀ ਬਲਰਾਮ ਜਾਖੜ ਸੀ, ਉਹਨਾਂ ਨੇ ਕਿਹਾ ਸੀ ਕਿ ਜੇ ਦੇਸ਼ ਦੀ ਪ੍ਰਭੂ ਭੂਸ਼ਤਾ ਦੇ ਲਈ, ਮਤਲਬ ਸ਼ਾਂਤੀ ਬਣਾਈ ਰੱਖਣ ਦੇ ਲਈ ਸਾਨੂੰ 2 ਕਰੋੜ ਸਿੱਖ ਵੀ ਜੇ ਕੁਰਬਾਨ ਕਰਨੇ ਪਏ, ਮਾਰਨੇ ਪਏ ਤਾਂ ਅਸੀਂ ਮਾਰ ਦਾਂਗੇ। ਇਹ ਵੀ ਇਹਨਾਂ ਦੇ ਬਾਪ ਦਾ ਹੀ ਬਿਆਨ ਸੀ। ਔਰ ਜਾਖੜ ਸਾਹਿਬ ਨੂੰ ਪੰਜਾਬ ਦੀ ਧਰਤੀ ਨੂੰ ਜਾਂ ਪੰਜਾਬ ਨੂੰ ਬਖਸ਼ਾਉਣ ਲਈ ਉਦੋਂ ਯਾਦ ਚੇਤਾ ਕਿਉਂ ਨਹੀਂ ਆਇਆ ਜਦੋਂ ਇੰਦਰਾ ਗਾਂਧੀ ਨੇ ਦੇਸ਼ ਦੀ ਫੌਜ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ, 84 ਦੇ ਵਿੱਚ ਕਤਲੇਆਮ ਕਰਾਇਆ, ਜਾਂ ਜਿਹੜੇ ਸਮੇਂ-ਸਮੇਂ ਤੇ ਪੰਜਾਬ ਦੇ ਨਾਲ ਪਾਣੀ ਖੋ ਕੇ ਪੰਜਾਬ ਦੇ ਨਾਲ ਧੱਕਾ ਕੀਤਾ। ਇਹ ਜਾਖੜ ਸਾਹਿਬ ਨੂੰ ਉਦੋਂ ਕਿਉਂ ਨਹੀਂ ਇਹ ਗੱਲਾਂ ਯਾਦ ਆਈਆਂ? ਜੇ ਅੱਜ ਤੁਹਾਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੇ ਤੁਸੀਂ ਪੰਜਾਬ ਦੀ ਆੜ ਲੈਂਦੇ ਹੋ, ਪਰ ਜਾਤੀਆਂ ਤਾਂ ਕਾਂਗਰਸ ਪਾਰਟੀ ਨੇ ਛੱਡਿਆ ਕੀ ਆ ਪੰਜਾਬ ਦੇ ਪੱਲੇ? ਜਵਾਨੀ ਸਾਡੀ ਬਰਬਾਦ ਕਰਤੀ, ਪੰਜਾਬ ਦੇ ਪਾਣੀ ਜਿਹੜੇ ਸਾਡੇ ਉਹ ਖੋ ਕੇ ਲੈ ਗਏ ਆ, ਸਾਡੇ ਧਰਮ ਦੇ ਨਾਂ ਤੇ ਸਾਡਾ ਸਭ ਤੋਂ ਵੱਡਾ ਸਾਡਾ ਧਾਰਮਿਕ ਸਥਾਨ ਆ ਉਹਨੂੰ ਢਾਹ ਢੇਰੀ ਕੀਤਾ, ਦੇਸ਼ ਦੇ ਵਿੱਚ ਬਾਕੀ ਗੁਰਦੁਆਰਿਆਂ ਤੇ ਹਮਲੇ ਕੀਤੇ। ਇਹ ਜਾਖੜ ਸਾਹਿਬ ਜਦੋਂ ਕਾਂਗਰਸ ਸੀ ਉਦੋਂ ਹੀ ਸਭ ਕੁਝ ਵਾਪਰਿਆ। ਇਸ ਕਰਕੇ ਅੱਜ ਮੈਂ ਸਮਝਦਾ ਕਿ ਸਿਆਸਤ ਇਖਲਾਕਾਂ ਤੋਂ ਡਿੱਗਦੀ ਜਾਂਦੀ ਹੈ ਔਰ ਆਪਦੇ ਨਿੱਜੀ ਮਫਾਦਾਂ ਲਈ ਜਿਹੜੇ ਹੈਗੇ ਆ ਉਹ ਨਿੱਜੀ ਮਫਾਦ ਵੱਡੇ ਹੁੰਦੇ ਜਾਂਦੇ ਆ, ਇੱਧਰੋਂ ਉੱਧਰ ਗਏ ਤੇ ਉੱਧਰੋਂ ਇੱਧਰ ਗਏ। ਇਸ ਕਰਕੇ ਦੇਖੋ ਬਰਾੜ ਸਾਹਿਬ, ਰਾਜੀਵ ਗਾਂਧੀ ਦਾ ਕਾਤਲ ਅੱਜ ਰਿਹਾ ਹੋਇਆ ਹੈ, ਦੂਜੇ ਪਾਸੇ ਬੰਦੀ ਸਿੰਘ ਨੇ, ਨਾ ਤਾਂ ਪੈਰੋਲ ਮਿਲ ਰਹੀ ਹੈ ਉਹਨਾਂ ਨੂੰ, ਨਾ ਹੋ ਰਹੇ ਨੇ। ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਾਨੂੰਨ ਡਬਲ ਬਣ ਰਿਹਾ, ਸਿੱਖਾਂ ਲਈ ਕੁਝ ਹੋਰ, ਦੂਜੇ ਪਾਸੇ ਕੁਝ ਹੋਰ। ਦੇਖੋ ਇਹ ਤਾਂ ਕਾਨੂੰਨ ਪਹਿਲੇ ਦਿਨ ਹੀ ਡਬਲ ਬਣ ਗਿਆ ਸੀ ਸਿੱਖਾਂ ਲਈ ਤੇ ਪੰਜਾਬੀਆਂ ਲਈ ਤਾਂ ਖਾਸ ਕਰਕੇ। ਜਿਸ ਦਿਨ ਦੇਸ਼ ਛੱਡ ਕੇ ਅੰਗਰੇਜ਼ ਗਿਆ ਹੈ ਤੇ ਪਹਿਲੀ ਕਾਂਗਰਸ ਪਾਰਟੀ ਦੀ ਸਰਕਾਰ ਮਿਲੀ ਜੁਲੀ ਜਿਹੜੀ ਬਣੀ ਜਾਂ ਜਿਹੜੀ ਥਾਪੀ ਗਈ, ਉਹਦੇ 'ਚ ਪਹਿਲਾ ਨੋਟੀਫਿਕੇਸ਼ਨ ਹੀ ਇਹ ਹੋਇਆ ਸੀ ਕਿ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ, ਜਰਾਇਮ ਪੇਸ਼ਾ ਕੌਮ ਹੈ, ਇਹਨਾਂ ਤੇ ਨਜ਼ਰ ਰੱਖੀ ਜਾਵੇ। ਸਾਡੇ ਤੇ ਤਾਂ ਪਹਿਲੇ ਦਿਨੋਂ ਵਿਤਕਰਾ ਸ਼ੁਰੂ ਹੋ ਗਿਆ ਸੀ। 95% ਕੁਰਬਾਨੀਆਂ ਦੇਣ ਵਾਲੀ ਜਿਹੜੀ ਸਾਡੀ ਜਮਾਤ ਹੈ ਉਹਦੇ ਨਾਲ ਪਹਿਲੇ ਦਿਨੋਂ ਵਿਤਕਰਾ ਸ਼ੁਰੂ ਹੋ ਗਿਆ ਸੀ। ਫਿਰ ਪੰਜਾਬੀ ਸੂਬਾ ਨਾ ਬਣਾ ਕੇ ਸਾਡੇ ਨਾਲ ਧੱਕਾ ਕੀਤਾ। ਫਿਰ ਸਾਡੇ ਪਾਣੀ, ਅੱਜ ਸਾਨੂੰ ਬਾਹਰਲੇ ਸੂਬਿਆਂ ਤੋਂ ਕੋਲਾ ਲਈਏ, ਸੰਗਮਰਮਰ ਲਈਏ, ਕੋਈ ਹੋਰ ਰਾ ਮਟੀਰੀਅਲ ਲਈਏ, ਲੋਹਾ ਵੀ ਤਾਂ ਕਿਤੇ ਧਰਤੀ 'ਚੋਂ ਹੀ ਨਿਕਲਦਾ, ਉਹ ਲਈਏ, ਸਾਨੂੰ ਮੁੱਲ ਲੈਣਾ ਪੈਂਦਾ। ਸਾਡਾ ਪਾਣੀ ਉਜਾੜਤਾ। ਮਤਲਬ ਪਹਿਲਾਂ ਜੇ ਪਾਕਿਸਤਾਨ ਨਾਲ ਸਮਝੌਤਾ ਕਰਨਾ ਸੀ ਉੱਥੇ ਨਹੀਂ ਪੰਜਾਬ ਦੇ ਹਿੱਤ ਰੱਖੇ ਗਏ, ਚੱਕ ਕੇ ਰਾਜਸਥਾਨ ਨੂੰ ਅੱਧੇ ਤੋਂ ਵੱਧ ਪਾਣੀ ਦੇਤਾ, ਬਚਦਾ ਕੋਈ ਹਰਿਆਣੇ ਤੇ ਦਿੱਲੀ ਨੂੰ ਦੇਤਾ। ਜਿਹੜਾ ਵਗੀ ਜਾਂਦਾ 100 ਏਕੜ 'ਚੋਂ 30 ਏਕੜ ਸਾਡੇ ਨਹਿਰ ਨਾਲ ਪਲਦੇ ਆ, ਤੇ ਜਿਹੜੇ 30 ਏਕੜ ਪਲਦੇ ਆ 100 ਦੇ ਵਿੱਚੋਂ ਉਹਨਾਂ 'ਚੋਂ ਵੀ 15 ਦਾ ਪਾਣੀ ਹੁਣ ਹਰਿਆਣੇ ਤੇ ਦਿੱਲੀ ਨੂੰ ਹੋਰ ਦੇਣ ਨੂੰ ਫਿਰਦੇ ਆ। ਇਸ ਕਰਕੇ ਇਹ ਮੈਂ ਸਮਝਦਾ ਕਿ ਬਹੁਤ ਵੱਡੇ ਨੁਕਸਾਨ ਕਾਂਗਰਸ ਪਾਰਟੀ ਨੇ ਪੰਜਾਬ ਦੇ ਕੀਤੇ ਹੋਏ ਆ, ਔਰ ਜਾਖੜ ਸਾਹਿਬ ਨੂੰ ਉਦੋਂ ਵੀ ਇਹਨਾਂ ਗੱਲਾਂ ਤੇ ਬੋਲਣਾ ਚਾਹੀਦਾ ਸੀ। ਇੱਕ ਹੋਰ ਅੱਜ ਮੀਟਿੰਗ ਹੋਈ ਸੀ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, 11 ਮੈਂਬਰੀ ਕਮੇਟੀ ਦੀ ਦਰਬਾਰ ਸਾਹਿਬ ਦੇ ਵਿੱਚ ਅੰਮ੍ਰਿਤਸਰ। ਕੀ ਫੈਸਲਾ ਹੋਇਆ ਮੀਟਿੰਗ ਦੇ ਵਿੱਚ? ਜੋ ਮੈਂ ਸੁਣਿਆ ਖਬਰਾਂ ਦੇ ਰਾਹੀਂ ਇਹੀ ਹੈ ਕਿ 15 ਦਿਨਾਂ ਦੇ ਵਿੱਚ ਕਿਹੜੇ ਜੇਲ੍ਹ ਦੇ ਵਿੱਚ ਕਿਹੜੇ ਕੇਸ ਦੇ ਅਧੀਨ ਕਿਹੜੇ ਸੂਬੇ ਦੀ FIR ਦੇ ਅਧੀਨ ਬੈਠੇ ਨੇ, ਸਾਰਿਆਂ ਦੀ ਪੁਣਛਾਣ ਹੋਏਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਏਗਾ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਿਆ ਜਾਏਗਾ ਔਰ ਉਹਨਾਂ ਨੂੰ ਮਿਲ ਕੇ ਅਪੀਲ ਕੀਤੀ ਜਾਏਗੀ ਕਿ ਆਹ ਮਾਨਯੋਗ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਇਹ ਵੀ ਬਹੁਤ ਵੱਡਾ ਸਹਾਰਾ ਬਣੇਗਾ ਕਿ ਜੇ ਉਸ ਇੰਨੇ ਵੱਡੇ ਕੇਸ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਉਹਨਾਂ ਨੂੰ ਛੱਡਣ ਲਈ ਕਹਿ ਸਕਦੀ ਹੈ, ਤੇ ਇਹ ਵੀ ਜਿਹੜੇ ਸਾਡੇ ਬੰਦੀ ਸਿੰਘ ਜਿਹੜੇ ਬਿਨਾਂ ਪੈਰੋਲ ਤੋਂ, ਬਿਨਾਂ ਇੱਕ ਵੀ ਘੰਟਾ ਬਾਹਰ ਆਉਣ ਤੋਂ 25 27 ਸਾਲ ਜੇਲ੍ਹਾਂ 'ਚ ਬੈਠਿਆਂ ਨੂੰ ਹੋ ਗਿਆ, ਤੇ ਇਹਨਾਂ ਨੂੰ ਵੀ ਤੁਰੰਤ ਰਿਹਾ ਕੀਤਾ ਜਾਵੇ। ਸਾਨੂੰ ਆਸ ਤੇ ਉਮੀਦ ਹੈ ਕਿ ਤਕੜੇ ਹੋ ਕੇ ਸਾਰੀਆਂ ਧਿਰਾਂ ਪੈਰਵਾਈ ਕਰਨਗੀਆਂ ਔਰ ਬੰਦੀ ਸਿੰਘਾਂ ਨੂੰ ਛੁਡਾਵਾਂਗੇ। ਬਰਾੜ ਸਾਹਿਬ, ਦੂਜੇ ਪਾਸੇ ਜਿਹੜੇ ਕਾਂਗਰਸ ਦੇ MP ਨੇ ਰਵਨੀਤ ਬਿੱਟੂ, ਉਹ ਲਗਾਤਾਰ ਵਿਰੋਧ ਕਰ ਰਹੇ ਨੇ। ਉਹ ਕਹਿੰਦੇ ਮੈਨੂੰ ਜਾਨ ਦਾ ਖਤਰਾ, ਜੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਭੁੱਲਰ ਰਿਹਾ ਹੋਣਗੇ ਤਾਂ ਸਾਡੇ ਪਰਿਵਾਰ ਨੂੰ ਖਤਰਾ, ਮੈਨੂੰ ਜਾਨ ਦਾ ਖਤਰਾ। ਫੋਕੀ ਸ਼ੋਹਰਤ ਲਈ ਇਹ ਗੱਲਾਂ ਕਰਦੇ ਆ। ਯਾਦ ਕਰੋ ਜਦੋਂ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਤੇ ਉਹਨੇ ਇੱਕ ਅਪੀਲ ਕੀਤੀ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਇਹ ਬਿੱਲ ਵਾਪਸ ਲੈ ਲੈਂਦਾ, ਅਸੀਂ ਵੀ ਨੰਗੇ ਪੈਰੀ ਹੋ ਕੇ ਇਹਨਾਂ ਨੂੰ ਛੁਡਾਉਣ ਦੇ ਲਈ ਹਾਮੀ ਭਰਾਂਗੇ ਔਰ ਨਾਲ ਤੁਰਾਂਗੇ। ਅੱਜ ਗਿਰਗਿਟ ਵਾਂਗੂ ਰੰਗ ਬਦਲ ਗਏ। ਇਸ ਕਰਕੇ ਰਵਨੀਤ ਬਿੱਟੂ ਸਾਹਿਬ ਜਿਹੜੇ ਹੈਗੇ ਆ ਉਹ ਕਾਂਗਰਸ 'ਚ ਵੀ ਮੈਨੂੰ ਲੱਗਦਾ ਕਿ ਅਲੱਗ ਥਲੱਗ ਪਏ ਹੋਏ ਆ ਔਰ ਕਿਤੇ ਨਾ ਕਿਤੇ ਖੱਬੇ ਸੱਜੇ ਮਿਲਣ ਦੀਆਂ ਵੀ ਚਰਚਾਵਾਂ ਚੱਲਦੀਆਂ ਰਹਿੰਦੀਆਂ। ਇਸ ਕਰਕੇ ਚਰਚਾ 'ਚ ਰਹਿਣ ਲਈ
ਇਹ ਊਲ ਜਲੂਲ ਜਾਂ ਕੋਈ ਕਈ ਗੱਲਾਂ ਜਿਹੜੀਆਂ ਪੁੱਠੀਆਂ ਸਿੱਧੀਆਂ ਬੋਲਦੇ ਰਹਿੰਦੇ ਆ। ਪਿੱਛੇ ਜੇ ਮਾਨਯੋਗ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਖਿਲਾਫ ਵੀ ਬੋਲਿਆ ਸੀ। ਮੈਂ ਬਿੱਟੂ ਸਾਹਿਬ ਨੂੰ ਉਸ ਵਕਤ ਵੀ ਵਰਜਿਆ ਸੀ ਕਿ ਬਿੱਟੂ ਜੀ ਤੁਸੀਂ ਆਪਣੀ ਜ਼ਬਾਨ ਨੂੰ ਥੋੜਾ ਕੰਟਰੋਲ ਦੇ ਕੇ ਚੱਲਿਆ ਕਰੋ। ਸਾਨੂੰ ਉਮੀਦ ਨਹੀਂ ਕਾਂਗਰਸ 'ਚ ਬੈਠੇ ਲੋਕਾਂ ਤੋਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੰਨਣਗੇ, ਸਿੱਖ ਧਰਮ ਨੂੰ ਉਸ ਢੰਗ ਨਾਲ ਮੰਨਣਗੇ। ਨਹੀਂ ਤਾਂ ਜੇ ਮੰਨਦੇ ਹੋਣ ਤਾਂ ਉਸ ਪਾਰਟੀ 'ਚ ਹੀ ਨਾ ਬੈਠਣ ਜਿਹਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਕੇ ਤੇ ਸਾਡਾ ਢਾਹ ਢੇਰੀ ਕੀਤਾ, ਸਾਰਾ ਕੁਝ ਕੀਤਾ। ਇਸ ਕਰਕੇ ਉਹਨਾਂ ਦਾ ਬੋਲਣਾ ਕਿਤੇ ਪਰਿਵਾਰਿਕ ਜੀ ਕਰਕੇ ਤਾਂ ਕੋਈ ਹੋ ਸਕਦਾ ਹੈ, ਪਰ ਜੇ ਸਿਆਸੀ ਤੌਰ ਤੇ ਬੋਲਦੇ ਆ ਤੇ ਉਹਨਾਂ ਨੇ ਖੁਦ ਕਿਹਾ ਸੀ ਕਿ ਅਸੀਂ ਨੰਗੇ ਪੈਰੀ ਨਾਲ ਜਾ ਕੇ ਛੁਡਾਵਾਂਗੇ। ਇਸ ਕਰਕੇ ਬਿੱਟੂ ਜੀ ਇਕੱਲੀ ਸ਼ੋਹਰਤ ਲਈ ਬਿਆਨ ਦੇ ਰਹੇ ਆ, ਇਹ ਤੋਂ ਵੱਧ ਕੁਝ ਨਹੀਂ। ਇਸ ਤੋਂ ਇਲਾਵਾ ਉਹ ਹੋਰ ਵੀ ਉਹ ਗੱਲ ਕਹਿ ਰਹੇ ਨੇ, ਉਹ ਕਹਿੰਦੇ ਭਾਈ ਬਲਵੰਤ ਸਿੰਘ ਰਾਜੋਆਣੇ ਨਾਲ ਮੁਲਾਕਾਤ ਹੋਈ ਸੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਜੇਲ੍ਹ ਵਿੱਚ। ਉਹ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ, ਮੁਲਾਕਾਤ ਦੇ ਵਿੱਚ ਕੀ ਗੱਲਬਾਤ ਹੋਈ? ਜਾਂਚ ਨੂੰ ਕੀ, ਉਹਨਾਂ ਨੇ ਆਪ ਕਿਹਾ ਸੀ ਕਿ ਰਾਜੋਆਣਾ ਸਾਹਿਬ ਨੂੰ ਜਦੋਂ ਮੈਂ ਮਿਲਿਆ ਤੇ ਉਹ ਬੜੀ ਚੜ੍ਹਦੀ ਕਲਾ 'ਚ ਨੇ, ਬਹੁਤ ਜ਼ਿਆਦਾ ਪਾਠ ਕਰਦੇ ਨੇ, ਔਰ ਜਿਹੜੇ ਗੁਰੂ ਸਾਹਿਬ ਦਾ ਪਾਠ ਕਰਨ ਵਾਲੇ ਲੋਕ ਆ ਉਹ ਪਾਠ ਤੋਂ ਬੜੀ ਵੱਡੀ ਸ਼ਕਤੀ ਮਿਲਦੀ ਹੈ। ਔਰ 26-27 ਸਾਲ ਬਿਨਾਂ ਪੈਰੋਲ ਤੋਂ ਬੰਦਾ ਇੱਕ 6/8 ਦੀ ਕਾਲ ਕੋਟੜੀ ਦੇ ਵਿੱਚ ਜਿਹੜਾ ਹੈਗਾ ਅੰਦਰ ਦਿੱਤਾ ਹੋਵੇ ਤੇ ਉਹ ਵੈਸੇ ਹੀ ਮਤਲਬ ਬੰਦਾ ਪਾਗਲ ਹੋਣ ਦੀ ਸਥਿਤੀ 'ਚ ਹੋ ਜਾਂਦਾ। ਤੇ ਇਸ ਕਰਕੇ ਉਹ ਗੁਰੂ ਸਾਹਿਬ ਦੇ ਸਹਾਰੇ ਨਾਲ ਚੜ੍ਹਦੀ ਕਲਾ 'ਚ ਨੇ ਤੇ ਉਹਨਾਂ ਨੂੰ ਮਿਲਣਾ ਕੋਈ ਜ਼ੁਰਮ ਨਹੀਂ ਹੈ, ਇਹ ਬਿੱਟੂ ਸਾਹਿਬ ਨੂੰ ਕਹੀਏ। ਔਰ ਗੱਲਾਂ ਕੀ ਹੋਈਆਂ, ਇੱਕ ਪਾਰਟੀ ਦਾ ਸਾਡੀ ਦਾ ਲੀਡਰ ਜਿਹੜੇ ਕਿ ਮਾਨਯੋਗ ਪ੍ਰਧਾਨ ਸਾਹਿਬ ਨੇ ਉਹ ਉਹਨਾਂ ਨੂੰ ਮਿਲਦੇ ਆ ਤੇ ਮੈਨੂੰ ਲੱਗਦਾ ਇਹਦੇ 'ਚ ਕੀ ਆਪੱਤੀ ਹੋ ਸਕਦੀ ਹੈ। ਬਿਨਾਂ ਕਿਸੇ ਗੱਲ ਤੋਂ ਖਬਰਾਂ 'ਚ ਆਉਣ ਲਈ ਬਿੱਟੂ ਸਾਹਿਬ ਊਲ ਜਲੂਲ ਬੋਲਦੇ ਆ। ਮੈਂ ਫਿਰ ਕਹੂੰਗਾ ਕਿ ਉਹਨਾਂ ਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ। ਬਰਾੜ ਸਾਹਿਬ, ਸਰਕਾਰ ਦੀ ਗੱਲ ਕਰ ਲੈਂਦੇ ਆ। ਸਰਕਾਰ ਹੁਣ 1700 ਤੋਂ ਵੱਧ ਸੇਵਾ ਮੁਕਤ ਪਟਵਾਰੀਆਂ ਨੂੰ ਭਰਤੀ ਕਰਨ ਜਾ ਰਹੀ ਹੈ ਠੇਕੇ ਤੇ। ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦੇ ਇਸ ਫੈਸਲੇ? ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜਿੰਨੇ ਫੈਸਲੇ ਕਰ ਰਹੀ ਹੈ, ਜਿੰਨਿਆਂ ਤੇ ਪਹਿਲਾਂ ਕਿੰਤੂ ਪਰੰਤੂ ਕਰਦੀ ਸੀ ਉਹੀ ਫੈਸਲੇ ਕਰ ਰਹੀ ਹੈ। ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਜੇ ਹੈਗਾ ਕਿ ਕਹਿੰਦੇ ਸੀ ਦਿੱਲੀ 'ਚ ਕਣਕ 2600 ਨੂੰ ਅਸੀਂ ਖਰੀਦਦੇ ਹਾਂ, MSP ਤੋਂ ਵੀ ਵੱਧ ਖਰੀਦਦੇ ਹਾਂ, ਤੇ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਤੋਂ ਲਾ ਕੇ ਕੇਜਰੀਵਾਲ ਤੋਂ ਲਾ ਕੇ ਅੱਜ ਜਵਾਬ ਦੇਣ ਕਿ ਅੱਜ ਕਣਕ MSP ਤੇ ਵੱਧ ਤੇ ਕਿਉਂ ਨਹੀਂ ਖਰੀਦੀ। ਅੱਜ ਕਿਸਾਨ ਸਾਡੇ 500 ਰੁਪਏ ਬੋਨਸ ਮੰਗਦੇ ਸੀ, 2000 ਜਿਹੜਾ ਹੈਗਾ ਉਹ ਕਣਕ ਦਾ ਭਾਅ ਹੈਗਾ, ਔਰ ਕਣਕ ਵੀ ਸਾਡੀ 65% ਹੀ ਹੋਈ ਹੈ। ਤੇ ਫਿਰ 500 ਤਾਂ 65% ਤੇ ਹੀ ਦੇਣਾ ਸੀ, ਤੁਸੀਂ 2600 ਨੂੰ ਨਾ ਖਰੀਦੇ, 500 ਬੋਨਸ ਤਾਂ ਦੇ ਹੀ ਸਕਦੇ ਸੀ। ਉਹ ਸੈਂਟਰ ਵੱਲ ਨੂੰ ਉਂਗਲਾਂ ਕਰੀ ਜਾਂਦੇ ਆ। ਉਸ ਤੋਂ ਵੀ ਯੂ ਟਰਨ ਜਿਸ ਦਿਨ ਕਾਂਗਰਸ ਪਾਰਟੀ ਨੇ ਇਹ ਰਿਟਾਇਰ ਬੰਦੇ ਰੱਖਣ ਦਾ ਫੈਸਲਾ ਕੀਤਾ ਸੀ, ਆਮ ਆਦਮੀ ਪਾਰਟੀ ਨੇ ਆਪਦੇ ਦਫ਼ਤਰ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਕਿਹਾ ਸੀ ਕਿ ਨੌਜਵਾਨ ਸਲਫਾਸ ਕਰ ਰਹੇ ਆ, ਨੌਜਵਾਨ ਨੌਕਰੀਆਂ ਤੋਂ ਤਰਸ ਰਹੇ ਆ, ਨੌਜਵਾਨ ਜਿਹੜੇ ਹੈਗੇ ਆ ਉਹ ਨੌਕਰੀਆਂ ਕਦੋਂ ਕਰਨਗੇ, ਇਹ ਗਲਤ ਫੈਸਲਾ, ਮੰਦਭਾਗਾ ਫੈਸਲਾ, ਵਾਪਸ ਲੈਣਾ ਚਾਹੀਦਾ ਹੈ। ਤੇ ਇਹਨਾਂ ਦੇ ਅੱਜ ਕੈਬਨਿਟ ਮੰਤਰੀ ਸਾਹਿਬ ਨੇ, ਮੇਰੇ ਛੋਟੇ ਵੀਰ ਮੀਤ ਹੇਅਰ ਸਾਹਿਬ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਅੱਜ ਕੈਬਨਿਟ 'ਚ ਬੈਠੇ ਉਹਨਾਂ ਨੇ ਭਗਵੰਤ ਮਾਨ ਸਾਹਿਬ ਦੇ ਵੀ ਕੰਨ 'ਚ ਇਹ ਗੱਲਾਂ ਕਰ ਦਿੰਦੇ ਵੀ ਆਪਾਂ ਆਹ ਗੱਲਾਂ ਬੋਲੀਆਂ ਸੀ, ਇਹ ਨਾ ਕਰੀਏ। ਨੌਜਵਾਨ ਪੀੜ੍ਹੀ 'ਚੋਂ ਮੈਨੂੰ ਲੱਗਦਾ ਕਿ ਪਟਵਾਰ ਸਕੂਲ 'ਚੋਂ ਕਈ ਮੁੰਡੇ ਪਟਵਾਰ ਪਾਸ ਕਰੀ ਫਿਰਦੇ ਆ ਤੇ ਫਿਰ ਉਹਨਾਂ ਨੂੰ ਰੱਖ ਲੈਣ। ਇਸ ਕਰਕੇ ਕੋਈ ਵੀ ਫੈਸਲਾ ਆਮ ਆਦਮੀ ਪਾਰਟੀ ਦਾ ਜਿੰਨੇ ਵੀ ਫੈਸਲੇ ਕਰੇ ਆ ਸਭ ਤੇ ਯੂ ਟਰਨ ਹੁੰਦਾ, ਸਭ ਤੇ ਯੂ ਟਰਨ ਹੁੰਦਾ। ਜਿਨ੍ਹਾਂ ਤੇ ਕਿੰਤੂ ਪਰੰਤੂ ਕਰਦੇ ਰਹੇ ਆ ਉਹੀ ਫੈਸਲੇ ਅੱਜ ਖੁਦ ਕਰ ਰਹੇ ਆ। ਕਰਜ਼ਾ ਚੁੱਕਣ ਦੀਆਂ ਗੱਲਾਂ ਕਰਦੇ ਸੀ, ਅੱਜ ਖੁਦ 8000 ਕਰੋੜ ਕਰਜ਼ਾ ਚੱਕ ਲਿਆ। ਕਿਸੇ ਵੇਲੇ ਜਿਹੜਾ ਸੀਗਾ ਕਿ ਕਹਿੰਦੇ ਸੀ ਕਿ ਅਸੀਂ 10 ਦਿਨਾਂ 'ਚ ਹੀ ਸਾਰੀ ਰਿਸ਼ਵਤ ਜਾਂ ਕੋਈ ਸਾਰਾ ਕੁਝ ਖਤਮ ਕਰਤਾ। ਕਿਸੇ ਸ਼ਰੇ ਬਾਜ਼ਾਰ ਤੁਸੀਂ ਤੁਰ ਜਾਓ, ਪਤਾ ਕਰ ਲਓ ਵੀ ਕੀ ਹਾਲ ਹੈਗਾ। ਇਸ ਕਰਕੇ ਆਮ ਆਦਮੀ ਪਾਰਟੀ ਨੇ ਸੱਤਾ 'ਚ ਆਉਣ ਲਈ ਸਬਜ਼ ਬਾਗ ਹੋਰ ਦਿਖਾਏ ਸੀ, ਅੱਜ ਹੋਰ ਨੇ। ਅੱਜ ਕਿੱਧਰ ਹੈ 1000 ਰੁਪਈਆ, ਅੱਜ ਕਿੱਧਰ ਹੈ 300 ਯੂਨਿਟ, ਅੱਜ ਕਿੱਧਰ ਹੈ 24 ਘੰਟੇ ਬਿਜਲੀ। ਐਸੇ ਐਸੇ ਝੂਠ ਚੱਲੇ ਹੈ ਤਾਂ ਮੇਰਾ ਖਿਆਲ ਹੈ ਕਿ ਜਨਤਾ ਖੁਦ ਜਵਾਬ ਦੇਵੇਗੀ ਉਸ ਸਮਾਂ। ਧੰਨਵਾਦ। ਇਹ ਸਨ ਚਰਨਜੀਤ ਸਿੰਘ ਬਰਾੜ, ਜਿਨ੍ਹਾਂ ਦਾ ਜਵਾਬ ਵੀ ਦਿੱਤਾ ਹੈ, ਜਿਨ੍ਹਾਂ ਨੇ ਸੁਨੀਲ ਕੁਮਾਰ ਜਾਖੜ ਬਾਰੇ ਕਿ ਉਦੋਂ ਕਿਉਂ ਨਹੀਂ ਉਹਨਾਂ ਨੇ ਆਪਣੀ ਪਾਰਟੀ ਛੱਡੀ ਜਦੋਂ ਅਕਾਲ ਤਖਤ ਸਾਹਿਬ ਤੇ ਅਟੈਕ ਹੋਇਆ ਸੀ, ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਸੀ। ਤੇ ਨਾਲ ਦੀ ਨਾਲ ਨਵਜੋਤ ਸਿੰਘ ਸਿੱਧੂ ਨੂੰ ਜੋ ਸਜ਼ਾ ਹੋਈ ਹੈ 1 ਸਾਲ ਦੀ, ਸੁਪਰੀਮ ਕੋਰਟ ਨੇ ਅੱਜ ਵੱਡਾ ਫੈਸਲਾ ਸੁਣਾਇਆ। ਉਹਦੇ ਵਿੱਚ ਵੀ ਇਹਨਾਂ ਨੇ ਪ੍ਰਤੀਕਿਰਿਆ ਦਿੱਤੀ ਹੈ, ਸਾਫ਼ ਕਿਹਾ ਕਿ ਲੰਮੇ ਸਮੇਂ ਬਾਅਦ ਪਰਿਵਾਰ ਨੂੰ ਇਨਸਾਫ ਮਿਲਿਆ ਹੈ। ਕੈਮਰਾਮੈਨ ਜੌਨਸਨ ਦੇ ਨਾਲ ਕੁਲਦੀਪ ਸਿੰਘ ਭੋੜੇ, D5 ਚੈਨਲ ਪੰਜਾਬੀ, ਚੰਡੀਗੜ੍ਹ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ,
ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।